ਸ੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਦਾਸ ਗੁਣ ਗਾਵੋ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਸ੍ਰੀ ਹਰਿ ਗੋਬਿੰਦ ਸ਼ੁਭ ਸਮਾਤੀ ਪ੍ਰਕਾਸ਼ਕ ਗੁਰੂ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾਂ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸ ਮਹਾ ਅੰਮ੍ਰਿਤ ਗਿਆਨ ਹੈ ਮਾਨੁਖ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਜ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਵਿਨਾਸ਼ਨ ਸੋਏ ਕਹਾ ਬੁੱਧ ਪ੍ਰਭ ਤੋਛ ਹਮਾਰੀ ਬਰਨ ਸੁਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚਉਪਈ ਸਕਟੇ ਪਰ ਅਰੂਢਤ ਹੋਏ ਚਲਤ ਭਏ ਸਭ ਸੋਕ ਬਗੋਏ ਸੁਤ ਕੀ ਪ੍ਰੀਤ ਬਦੇ ਸੰਗ ਡੋਰੀ ਮਨੋ ਮੀਨ ਕਰਖੇ ਕਰ ਜੋਰੀ ਸਕਟੇ ਪਰ ਅਰੂਢਤ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਜੋਤ ਰੂਪ ਚਬਰ ਛਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਮਿਲ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਸਾਰੇ ਵਡਭਾਗੀ ਹੋ ਸਤਿਗੁਰਾਂ ਦੀ ਨਿੱਘੀ ਗੋਦ ਵਿੱਚ ਬੈਠ ਕਰਕੇ ਸੋ ਦਰ ਸ੍ਰੀ ਰਹਿਰਾ ਸਾਹਿਬ ਦਾ ਪਾਠ ਸਰਵਨ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਸੋ ਸਾਧ ਸੰਗਤ ਜੀ ਪਿਛਲੇ ਪ੍ਰਸੰਗ ਵਿੱਚ ਆਪਾਂ ਸਰਵਨ ਕੀਤਾ ਸੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੋ ਮੋਦੀ ਖਾਨੇ ਦੇ ਕਾਰ ਕਰ ਰਹੇ ਸੀ ਅਤੇ ਇੱਕ ਬੰਦੇ ਨੇ ਪਿੰਡ ਵਿੱਚੋਂ ਸ਼ੰਕਾ ਕੀਤਾ ਸੋ ਚੁਗਲੀ ਕੀਤੀ ਭਾਈ ਜੈ ਰਾਮ ਜੀ ਨੂੰ ਆ ਕਰਕੇ ਅਤੇ ਕਹਿਣਾ ਕੀਤਾ ਕਿ ਸਤਿਗੁਰਾਂ ਦਾ ਜਿਹੜਾ ਕੰਮਕਾਰ ਚੱਲਦਾ ਹੈ ਉਹਦੇ ਵਿੱਚ ਕੋਈ ਵਾਧਾ ਨਹੀਂ ਹੁੰਦਾ। ਸੋ ਇਸ ਤਰ੍ਹਾਂ ਫਿਰ ਭਾਈ ਜੈ ਰਾਮ ਜੀ ਬੇਬੇ ਨਾਨਕੀ ਜੀ ਨੇ ਸਤਿਗੁਰਾਂ ਨੂੰ ਬੁਲਾਉਣਾ ਕੀਤਾ ਅਤੇ ਸਤਿਗੁਰਾਂ ਨੇ ਉਹਨਾਂ ਦੇ ਮਨ ਦੇ ਸ਼ੰਕਿਆਂ ਨੂੰ ਸੋ ਸਾਰਾ ਵੇਖ ਕਰਕੇ ਸਤਿਗੁਰ ਨੇ ਆਪ ਹੀ ਕਹਿ ਦਿੱਤਾ ਸੀ ਵੀ ਆਪਾਂ ਕੁਝ ਸਮਾਂ ਹੋ ਗਿਆ ਹੈ ਜੋ ਹਿਸਾਬ ਕਿਤਾਬ ਹੈ ਕੰਮ ਦਾ ਉਹ ਆਪਾਂ ਨਹੀਂ ਕੀਤਾ ਉਹ ਹੁਣ ਹੀ ਜਾ ਕੇ ਕਰੀਏ। ਸੋ ਇਸੇ ਤਰ੍ਹਾਂ ਫਿਰ ਦੌਲਤ ਖਾਨ ਦੇ ਜਾ ਕਰਕੇ
ਸਾਰਾ ਹਿਸਾਬ ਕਿਤਾਬ ਕੀਤਾ ਤੇ ਇਦਾਂ ਨਿਕਲਿਆ ਕਿ ਸਤਿਗੁਰਾਂ ਦੇ ਸੋ ਕੰਮਕਾਰ ਦੇ ਵਿੱਚ ਵਾਧਾ ਹੋਇਆ। ਅਤੇ ਫਿਰ ਉਸ ਵਕਤ ਇਸੇ ਤਰ੍ਹਾਂ ਸਤਿਗੁਰਾਂ ਨੇ ਭਾਈ ਜੈ ਰਾਮ ਜੀ ਉਹਨਾਂ ਦਾ ਜਿਹੜਾ ਹਿਰਦੇ ਵਿੱਚ ਸ਼ੰਕਾ ਸੀ ਉਹ ਇਸ ਤਰ੍ਹਾਂ ਦੂਰ ਕੀਤਾ ਤੇ ਜਿਹੜੇ ਚੁਗਲ ਕਰਨ ਵਾਲੇ ਲੋਕ ਸੀ ਪਿੰਡ ਦੇ ਵਿੱਚ ਉਹਨਾਂ ਦੇ ਮੂੰਹ ਕਾਲੇ ਕੀਤੇ। ਅਤੇ ਫਿਰ ਸਤਿਗੁਰਾਂ ਨੇ ਇਸ ਤਰ੍ਹਾਂ ਕਹਿਣਾ ਕੀਤਾ ਵੀ ਆਪਾਂ ਹੁਣ ਇੱਥੋਂ ਚਲੇ ਜਾਂਦੇ ਹਾਂ ਭਾਈ ਜੈ ਰਾਮ ਜੀ ਨੂੰ। ਭਾਈ ਜੈ ਰਾਮ ਜੀ ਬੇਬੇ ਨਾਨਕੀ ਜੀ ਫਿਰ ਬੇਨਤੀਆਂ ਕਰਦੇ ਹਨ ਕਿ ਸਤਿਗੁਰੂ ਜੀ ਤੁਸੀਂ ਹੁਣ ਇੱਥੋਂ ਨਾ ਜਾਓ। ਅਤੇ ਫਿਰ ਭਾਈ ਬਾਲਾ ਜੀ ਜੋ ਨਾਲ ਸੀ ਸਤਿਗੁਰਾਂ ਦੇ ਨਾਲ ਉਹ ਵੀ ਫਿਰ ਬੇਨਤੀ ਕਰਦਾ ਹੈ ਸਤਿਗੁਰਾਂ ਨੂੰ ਵੀ ਸਤਿਗੁਰੂ ਜੀ ਇਹ ਹੁਣ ਬੇਨਤੀਆਂ ਕਰਦੇ ਹੁਣ ਤੁਹਾਨੂੰ ਆਪਾਂ ਇੱਥੇ ਹੀ ਰਹਿਣਾ ਕਰੀਏ। ਸਤਿਗੁਰਾਂ ਨੇ ਭਾਈ ਬਾਲਾ ਜੀ ਨੂੰ ਜਾਣ ਕਰਕੇ ਸੋ ਸਤਿਗੁਰਾਂ ਨੇ ਇਸ ਤਰ੍ਹਾਂ ਕਹਿਣਾ ਕੀਤਾ ਵੀ ਭਾਈ ਬਾਲਿਆ ਜਿਹੜਾ ਵੀ ਤੇਰੇ ਮੁਖ ਤੋਂ ਕੁਝ ਨਿਕਲਦਾ ਬਚਨ ਨਿਕਲਦਾ ਆਪਾਂ ਉਹ ਨਹੀਂ ਕਦੇ ਮੋੜਾਂਗੇ। ਸੋ ਇਸੇ ਤਰ੍ਹਾਂ ਹੋਇਆ। ਫਿਰ ਸਤਿਗੁਰਾਂ ਨੇ ਉੱਥੇ ਹੀ ਰਹਿਣਾ ਕੀਤਾ, ਆਪਦਾ ਕੰਮ ਕਰ ਉਦਾਂ ਹੀ ਪਹਿਲਾਂ ਜਿੱਦਾਂ ਕਰਦੇ ਸੀ ਉਹ ਸ਼ੁਰੂ ਕਰ ਦਿੱਤਾ। ਅਤੇ ਜਿਹੜਾ ਪਿਛਲੇ ਹਫ਼ਤੇ ਆਪਾਂ ਸਰਵਣ ਕੀਤੀ ਸੀ ਕਥਾ ਸੋ ਸਤਿਗੁਰੂ ਜੀ ਜਿਸ ਤਰ੍ਹਾਂ ਪਹਿਲਾਂ ਕਰਿਆ ਕਰਦੇ ਸੀ ਉਸ ਤਰ੍ਹਾਂ ਮੋਦੀ ਖਾਨੀ ਦੀ ਕਾਰ ਸ਼ੁਰੂ ਕਰ ਦਿੱਤੀ। ਅਤੇ ਕੰਮਕਾਰ ਕਰਦੇ ਕਰਦੇ ਭਾਈ ਜੈ ਰਾਮ ਜੀ ਦੇ ਘਰੇ ਸੋ ਇੱਕ ਬਟਾਲਾ ਨਗਰ ਤੋਂ ਮੂਲੇ ਦਾ ਨਾਮ ਸੀ ਉਹਦਾ, ਉਹਨੇ ਰਿਸ਼ਤਾ ਲਿਆਉਣਾ ਕੀਤਾ ਅਤੇ ਬੇਨਤੀ ਕੀਤੀ। ਬੜੀ ਖੁਸ਼ੀ ਵਿੱਚ ਬੇਬੇ ਨਾਨਕੀ ਜੀ ਨੂੰ ਜਦੋਂ ਪਤਾ ਲੱਗਿਆ ਬਹੁਤ ਹੀ ਖੁਸ਼ ਹੋਈ ਆਪਦੇ ਅੰਗਾਂ ਵਿੱਚ। ਅਤੇ ਭਾਈ ਜੈ ਰਾਮ ਜੀ ਬਹੁਤ ਹੀ ਖੁਸ਼ ਪ੍ਰਸੰਨ ਹੋਇਆ, ਸਤਿਗੁਰਾਂ ਨੂੰ ਘਰੇ ਲਿਆਉਣਾ ਕੀਤਾ, ਬੁਲਾਉਣਾ ਕੀਤਾ। ਸੋ ਜਿਸ ਤਰ੍ਹਾਂ ਉਹ ਰੀਤੀ ਸੀ ਉਹ ਸਾਰੀ ਨਿਭਾਉਣਾ ਕੀਤੀ। ਅਤੇ ਇੰਨੀ ਖੁਸ਼ੀ ਵਿੱਚ ਸੋ ਭਾਈ ਜੈ ਰਾਮ ਜੀ ਨੇ ਜੋ ਇੱਕ ਸੁਨੇਹਾ ਭੇਜ ਦਿੱਤਾ। ਸੋ ਜਦ ਤਲਵੰਡੀ ਨਗਰ ਜਿੱਥੇ ਆ ਉੱਥੇ ਸਤਿਗੁਰਾਂ ਦੇ ਮਾਤਾ ਪਿਤਾ ਬਾਬਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਰਹਿ ਰਹੇ ਹਨ। ਉੱਥੇ ਸੁਨੇਹਾ ਭੇਜ ਦਿੱਤਾ ਕਿ ਹੁਣ ਸਤਿਗੁਰਾਂ ਦੀ ਕੁੜਮਾਈ ਹੋਣੀ ਹੈ। ਅਤੇ ਉਹ ਵੀ ਬਹੁਤ ਹੀ ਖੁਸ਼ੀ ਹੋਏ, ਪ੍ਰਸੰਨ ਹੋਏ। ਅਤੇ ਉਹਨਾਂ ਨੇ ਫਿਰ ਅੱਗੇ ਆਪਦੇ ਨਾਨਕੇ ਜਿਹੜੇ ਸਤਿਗੁਰਾਂ ਦੇ ਨਾਨਕੇ ਨੇ ਉਹਨਾਂ ਨੂੰ ਵੀ ਬੁਲਾਉਣਾ ਕੀਤਾ। ਉਹ ਵੀ ਖੁਸ਼ੀ ਪ੍ਰਸੰਨ ਹੋ ਕਰਕੇ ਬੜੇ ਉਤਸ਼ਾਹ ਦੇ ਨਾਲ ਉਹ ਵੀ ਫਿਰ ਆਉਣਾ ਕਰਦੇ ਹਨ। ਸੋ ਉਹ ਹੁਣ ਤਲਵੰਡੀ ਵਿੱਚ ਤਿਆਰੀਆਂ ਕਰਦੇ ਹਨ ਆਉਣ ਵਾਸਤੇ ਇੱਥੇ ਸੁਲਤਾਨਪੁਰ ਵੱਲ। ਅਤੇ ਉੱਥੇ ਫਿਰ ਆਪਾਂ ਪਿਛਲੀ ਹਫ਼ਤੇ ਦੀ ਕਥਾ ਛੱਡੀ ਸੀ। ਸੋ ਹੁਣ ਆਓ ਸਾਧ ਸੰਗਤ ਜੀ ਜੋ ਅੱਗੇ ਸਤਿਗੁਰਾਂ ਦੀ ਪ੍ਰੇਮ ਰੂਪੀ ਜਿਹੜੀ ਕਥਾ ਹੈ ਆਪਾਂ ਸਰਵਣ ਕਰੀਏ। ਮਨ ਚਿੱਤ ਬਿਰਤੀਆਂ ਇਕਾਗਰ ਕਰੋ ਅਤੇ ਸ਼ਰਧਾ ਭਾਵਨਾ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਸਕਟੇ ਪਰ ਅਰੁੜਤ ਹੋਏ। ਸੋ ਸਤਿਗੁਰਾਂ ਦੇ ਨਾਨਕੇ ਵੀ ਆਏ ਹੋਏ ਹਨ ਅਤੇ ਮਾਤਾ ਪਿਤਾ ਭਾਈ ਲਾਲੂ ਜੀ ਜੋ ਸਤਿਗੁਰਾਂ ਦਾ ਚਾਚਾ ਜੀ ਹੈ, ਬਾਬਾ ਕਾਲੂ ਜੀ ਦਾ ਛੋਟਾ ਭਰਾਤਾ ਉਹ ਵੀ ਆਇਆ ਹੋਇਆ ਹੈ। ਉਹ ਸਾਰੇ ਤਿਆਰੀਆਂ ਕਰ ਰਹੇ ਹਨ ਸੁਲਤਾਨਪੁਰ ਨਗਰੀ ਵੱਲ ਜਾਣ ਵੱਲ ਨੂੰ। ਉਹਨਾਂ ਨੇ ਬਰਦ ਤਿਆਰ ਕਰ ਦਿੱਤੇ, ਪਿੱਛੇ ਗੱਡਾ ਜੋੜ ਦਿੱਤਾ ਅਤੇ ਉਸ ਗੱਡੇ ਦੇ ਉੱਤੇ ਸਾਰਾ ਸਮਾਨ ਲੱਦ ਕੇ ਸਾਰੇ ਅਸਵਾਰ ਹੋ ਗਏ ਹਨ। ਚਲਤ ਭਏ ਸਭ ਸ਼ੋਕ ਭਗੋਏ। ਬੜੇ ਹੀ ਦੇਰ ਸੋ ਛੇਤੀ ਕੋਈ ਦੇਰ ਨਹੀਂ ਲਾਉਣਾ ਕੀਤੀ, ਬੜੀ ਛੇਤੀ ਨਾਲ ਸਾਰੇ ਅਸਵਾਰ ਹੋ ਗਏ ਅਤੇ ਸਾਰੇ ਸ਼ੋਕ ਭਾਵ ਜਿਹੜੇ ਭਰਮ ਸੀ ਉਹ ਦੂਰ ਕਰਕੇ ਉਹਨਾਂ ਨੇ ਚਾਲੇ ਪਾ ਦਿੱਤੇ। ਸੁਤ ਕੀ ਪ੍ਰੀਤ ਬਦੇ ਸੰਗ ਡੋਰੀ। ਸੋ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਜੋ ਬਾਬਾ ਕਾਲੂ ਜੀ ਦਾ ਸੁਪੁੱਤਰ ਦੀ ਪ੍ਰੀਤੀ ਸੋ ਪ੍ਰੀਤ ਰੂਪੀ ਜਿਹੜੀ ਡੋਰੀ ਹੈ ਉਹਦੇ ਨਾਲ ਬੱਜੇ ਹੋਏ। ਮਨੋ ਮੀਨ ਕਰਖੇ ਕਰ ਜੋਰੀ। ਸੋ ਇਸ ਤਰ੍ਹਾਂ ਮਨ ਨਾ ਕਰੋ ਜਿਸ ਤਰ੍ਹਾਂ ਇੱਕ ਮੱਛ ਉਸ ਡੋਰੀ ਨਾਲ ਉਹਨਾਂ ਨੂੰ ਖਿੱਚ ਕੇ, ਇੰਨੀ ਪ੍ਰੀਤ ਹੈ ਉਹਨਾਂ ਨੂੰ ਖਿੱਚ ਕੇ ਲੈ ਕੇ ਜਾਂਦੇ ਹੈ ਸੁਲਤਾਨਪੁਰ ਵੱਲ। ਖਰਚ ਸਮਾਜ ਲੀਨ ਬਿਦ ਨਾਨਾ। ਅਤੇ ਜੋ ਸਾਰਾ ਸਮਾਨ ਖਰਚਣ ਵਾਲਾ ਸੋ ਜਿਹੜਾ ਖਰਚਣਾ ਜਾ ਕਰਕੇ ਕੜਮਾਈ ਲਈ ਸੋ ਉਹ ਸਾਰੀ ਵਿਧੀ ਉਹਨਾਂ ਨੇ ਸਾਰੀ ਲੈ ਲਈ। ਦਿਨ ਪ੍ਰਤ ਅਦ ਕਹਿ ਕੀਨ ਭਿਆਨਾ। ਅਤੇ ਇਸ ਤਰ੍ਹਾਂ ਫਿਰ ਸੋ ਦਿਨ ਪ੍ਰਤ ਇੱਕ ਦਿਨ ਰਹਿ ਕਰਕੇ ਉਹਨਾਂ ਨੇ ਫਿਰ ਚਾਲੇ ਪਾ ਦਿੱਤੇ। ਘਰ ਕੋ ਡੂਮ ਸੰਗ ਮਰਦਾਨਾ। ਤੇ ਜਿਹੜਾ ਭਾਈ ਮਰਦਾਨਾ ਸੀ ਸੋ ਘਰ ਦਾ ਮਰਾਸੀ ਉਹ ਵੀ ਸੋ ਉਹਨੂੰ ਵੀ ਨਾਲ ਲੈ ਕੇ ਗਏ ਹਨ। ਜਿਸ ਕੇ ਜਾਗੇ ਭਾਗ ਮਹਾਨਾ। ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਦੱਸਦੇ ਹਨ ਉਹੀ ਭਾਈ ਮਰਦਾਨਾ ਜਿਹਦੇ ਹੁਣ ਭਾਗ ਜਾਗ ਪਏ ਹਨ। ਪੁਰ ਸੁਲਤਾਨ ਵਿਖੇ ਚਲ ਆਏ। ਸੋ ਸਾਰੇ ਹੀ ਇਸੇ ਤਰ੍ਹਾਂ ਫਿਰ ਚਾਲੇ ਪਾ ਦਿੱਤੇ। ਜਦੋਂ ਸੁਲਤਾਨਪੁਰ ਵਿਖੇ ਪਹੁੰਚੇ ਨਰ ਨਾਰੀ ਸਭ ਦੇਤ ਵਧਾਏ। ਸੋ ਜਿਹੜੇ ਨਰ ਨਾਰੀ ਸੋ ਇਸਤਰੀ ਅਤੇ ਪੁਰਸ਼ ਸੀ ਆਉਣ ਦੇ ਸਮੇਂ ਤੇ ਸਾਰੇ ਵਧਾਈਆਂ ਦਿੰਦੇ ਹਨ। ਉਤਰ ਸਕਟ ਪਰ ਤੇ ਤਹ ਸਭ ਹੀ।
ਉੱਥੇ ਪਹੁੰਚ ਕਰਕੇ ਫਿਰ ਜਿਹੜੇ ਅਸਵਾਰ ਹੋਏ ਸਾਰੇ ਉਤਰ ਗਏ ਗੱਡੇ ਤੋਂ ਧਾਮ ਜਰਾਮ ਪ੍ਰਵੇਸ਼ੇ ਤਬ ਹੀ ਅਤੇ ਸਾਰੇ ਉਤਰ ਕੇ ਭਾਈ ਜੈ ਰਾਮ ਜੀ ਦੇ ਘਰੇ ਵਿੱਚ ਪ੍ਰਵੇਸ਼ ਹੋ ਗਏ। ਮਿਲੀ ਨਾਨਕੀ ਨੇਹੁ ਕਨੇਰਾ ਸੋ ਉਸ ਵਕਤ ਫਿਰ ਬੇਬੇ ਨਾਨਕੀ ਜੀ ਆਏ ਅਤੇ ਬਹੁਤ ਹੀ ਪ੍ਰੇਮ ਵਿੱਚ ਭਿੱਜ ਗਏ ਬੇਬੇ ਨਾਨਕੀ ਜੀ। ਮਾਤ ਅੰਕ ਲੈ ਸਿਰ ਕਰ ਫੇਰਾ ਅਤੇ ਮਾਤਾ ਤ੍ਰਿਪਤਾ ਜੀ ਨੇ ਸੋ ਬੇਬੇ ਨਾਨਕੀ ਜੀ ਨੂੰ ਜੱਫੀ ਵਿੱਚ ਗਲਵਕੜੀ ਲੈ ਲਿਆ ਅਤੇ ਇੰਨੇ ਪ੍ਰੇਮ ਵਿੱਚ ਆ ਕਰਕੇ ਬੇਬੇ ਨਾਨਕੀ ਜੀ ਦੇ ਸੋ ਸਿਰ ਫੇਰ ਰਹੇ ਹਨ। ਕਾਲੂ ਕੀ ਪਤ ਪ੍ਰਤਾ ਕੁਮਾਰੀ ਸੋ ਬਾਬਾ ਕਾਲੂ ਜੀ ਦੀ ਜੋ ਪਤਨੀ ਹੈ ਸੋ ਮਾਤਾ ਤ੍ਰਿਪਤਾ ਜੀ ਉਹਨਾਂ ਦੀ ਸੋ ਸੁਪੁੱਤਰੀ ਬੇਬੇ ਨਾਨਕੀ ਜੀ ਰੂਪਸ਼ੀਲ ਗੁਣ ਪੂਰਨ ਚਾਰੀ ਸੋ ਬਹੁਤ ਹੀ ਸ਼ੀਲ ਸੁਭਾਅ ਵਾਲੇ ਹਨ, ਬਹੁਤ ਹੀ ਸੁੰਦਰ ਸਰੂਪ ਹੈ ਉਹਨਾਂ ਦਾ, ਬਹੁਤ ਹੀ ਗੁਣਾਂ ਦੇ ਖਜ਼ਾਨੇ ਹਨ। ਮਿਲ ਸਭ ਹਨ ਸੋ ਆਨੰਦ ਦੀਨਾ ਬੜੇ ਪ੍ਰੇਮ ਨਾਲ ਬੇਬੇ ਨਾਨਕੀ ਜੀ ਸਾਰਿਆਂ ਨੂੰ ਮਿਲ ਰਹੇ ਹਨ, ਬੜੇ ਪ੍ਰੇਮ ਨਾਲ ਅਤੇ ਆਨੰਦ ਦੇ ਰਹੇ ਹਨ ਸਾਰਿਆਂ ਨੂੰ। ਜਥਾ ਉਚਿਤ ਤਿਉ ਆਦਰ ਕੀਨਾ ਜਿੰਨਾ ਜਿੰਨਾ ਲੋੜ ਹੈ ਸੋ ਸਾਰਿਆਂ ਨੂੰ ਬੜੇ ਪ੍ਰੇਮ ਆਦਰ ਸਤਿਕਾਰ ਨਾਲ ਮਿਲਦੇ ਹਨ। ਆਏ ਵਹਿਰ ਤੇ ਤਬੈ ਜਰਾਮਾ ਤੇ ਉਨਿਕ ਦੇਰ ਨੂੰ ਫਿਰ ਭਾਈ ਜੈ ਰਾਮ ਜੀ ਵੀ ਘਰੇ ਆ ਕਰਕੇ ਪੁੱਜਿਆ। ਸਭ ਹਿਨ ਸੋ ਮਿਲ ਕੀਨ ਪ੍ਰਣਾਮਾ ਅਤੇ ਫਿਰ ਭਾਈ ਜੈ ਰਾਮ ਜੀ ਵੀ ਬੜੇ ਆਦਰ ਸਤਿਕਾਰ ਨਾਲ ਸਾਰਿਆਂ ਨੂੰ ਪ੍ਰਣਾਮ ਨਮਸਕਾਰਾਂ ਕਰਦਾ ਹੈ। ਸ੍ਰੀ ਨਾਨਕ ਸੁਨ ਆਵਨ ਕਾਲੂ ਸੋ ਜਦੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਪਤਾ ਲੱਗਦਾ ਹੈ ਵੀ ਉਹਨਾਂ ਜੀ ਦੇ ਪਿਤਾ ਜੀ ਬਾਬਾ ਕਾਲੂ ਜੀ ਘਰੇ ਆਏ ਹਨ, ਉੱਠ ਕਰ ਗਮਨੇ ਸਦਨ ਉਤਾਲੂ ਉਸ ਹੀ ਵਕਤ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੁਕਾਨ ਤੋਂ ਉੱਠ ਕਰਕੇ ਘਰੇ ਆ ਜਾਂਦੇ ਹਨ। ਧਾਰਿਓ ਪਦ ਪੰਕਜ ਪਰ ਸੀਸਾ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਘਰੇ ਪਹੁੰਚ ਕਰਕੇ ਬਾਬਾ ਕਾਲੂ ਜੀ ਕੋਲ ਜਾ ਕਰਕੇ ਉਹਨਾਂ ਦੇ ਚਰਨਾਂ ਉੱਤੇ ਸੀਸ ਰੱਖਦੇ ਹਨ। ਦੀਨੀ ਕਾਲੂ ਅਦਕ ਅਸੀਸਾ ਅਤੇ ਬਾਬਾ ਕਾਲੂ ਜੀ ਬਹੁਤ ਹੀ ਫਿਰ ਅਸੀਸਾਂ ਦਿੰਦੇ ਹਨ, ਸਤਿਗੁਰੂ ਨੂੰ ਬੜੇ ਪ੍ਰੇਮ ਨਾਲ ਮਿਲਦੇ ਹਨ। ਸੁੰਗਤ ਮਸਤਕ ਭਰ ਭਰ ਕੌਰੀ ਅਤੇ ਸੋ ਬਾਬਾ ਕਾਲੂ ਜੀ ਨੇ ਫਿਰ ਸਤਿਗੁਰੂ ਨੂੰ ਜੱਫੀ ਵਿੱਚ ਲੈ ਕਰਕੇ ਉਹਨਾਂ ਦੇ ਪਾਵਨ ਚਿਹਰੇ ਨੂੰ ਚੁੰਮਦੇ ਹਨ, ਮਸਤਕ ਨੂੰ ਚੁੰਮਦੇ ਹਨ। ਵੇਖ ਹੈ ਮੁਖ ਕੋ ਸਭ ਸੁਖ ਠੌਰੀ ਅਤੇ ਸੁੱਖਾਂ ਦੇ ਖਾਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਜੋ ਉਹਨਾਂ ਦਾ ਚਿਹਰਾ ਹੈ ਵਾਰੀ-ਵਾਰੀ ਵੇਖ ਰਹੇ ਹਨ ਬਾਬਾ ਕਾਲੂ ਜੀ। ਪਰਮ ਪ੍ਰੇਮ ਪੁਲਕਾਵਲ ਅੰਗਾ ਅਤੇ ਬਾਬਾ ਕਾਲੂ ਜੀ ਦੇ ਹਿਰਦੇ ਵਿੱਚ ਤੇ ਸਾਰੇ ਅੰਗਾਂ ਵਿੱਚ ਬਹੁਤ ਪ੍ਰੇਮ ਨਾਲ ਭਿੱਜ ਗਏ ਉਹ। ਕਰਤ ਪਿਆਰ ਉਰ ਸੰਗ ਉਮੰਗਾ ਅਤੇ ਬਹੁਤ ਹੀ ਉਤਸ਼ਾਹ ਦੇ ਸਹਿਤ ਬਹੁਤ ਹੀ ਪਿਆਰ ਕਰਦੇ ਹਨ ਬਾਬਾ ਕਾਲੂ ਜੀ। ਦੋਹਰਾ ਗਦਦਾਨੀ ਬੂਝਤ ਭਏ ਉਸ ਵਕਤ ਮੁਕਤੀ ਦਾਤੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਪੁੱਛਦੇ ਹਨ ਬਾਬਾ ਕਾਲੂ ਜੀ ਨੇ ਬਾਬਾ ਕਾਲੂ ਜੀ ਨੂੰ, ਭਨੋ ਜਨਕ ਸਮਝਾਏ ਇਹ ਪਿਤਾ ਜੀ ਆਪ ਜੀ ਸਮਝਾਉਣਾ ਕਰੋ। ਤਨ ਅਨਾਮ ਮਨ ਅਨੰਦ ਹੈ ਇਹ ਪਿਤਾ ਜੀ ਤੁਹਾਡੀ ਸਾਰੀ ਸਿਹਤ ਠੀਕ ਠਾਕ ਹੈ, ਅਰੋਗ ਹੋ ਤੁਸੀਂ, ਮਨ ਵਿੱਚ ਆਨੰਦ ਰਹਿੰਦੇ ਹੋ, ਰਾਜੀ ਖੁਸ਼ੀ ਹੋ, ਦੱਸਣਾ ਕਰੋ। ਤਲਵੰਡੀ ਮੇਰਾਏ ਅਤੇ ਜੋ ਰਾਏਪੁਰ ਦੀ ਤਲਵੰਡੀ ਵਿਖੇ ਜੋ ਰਾਏ ਬੁਲਾਰ ਰਹਿੰਦਾ ਹੈ ਉਹਦੇ ਬਾਰੇ, ਉਹਦੀ ਸਿਹਤ ਬਾਰੇ ਦੱਸਣਾ ਕਰੋ। ਚੌਪਈ ਕਾਲੂ ਕਹਿਤ ਭਇਓ ਸੁਨ ਤਾਤਾ ਸੋ ਉਸ ਵਕਤ ਬਾਬਾ ਕਾਲੂ ਜੀ ਕਹਿਣ ਲੱਗਿਆ, ਹੇ ਸੁਪੁੱਤਰ ਗੁਰੂ ਨਾਨਕ ਸਾਹਿਬ ਵਿਸਰ ਗਈ ਥੀ ਉਰ ਤੇ ਬਾਤਾ ਸੋ ਆਪਾਂ ਤਾਂ ਭੁੱਲ ਗਏ ਸੀ ਆਪਦੇ ਮਨ ਵਿੱਚੋਂ, ਆਪਾਂ ਸੋ ਜਿਹੜੀ ਗੱਲ ਸੀ ਉਹ ਵਿਸਰ ਗਈ ਸੀ, ਤੂੰ ਯਾਦ ਕਰਾ ਦਿੱਤਾ। ਤੁਮ ਕਰਵਾਏ ਦਇਓ ਮੋਹ ਯਾਦੂ ਸੋ ਤੂੰ ਜਿਹੜੀ ਗੱਲ ਮੇਰੇ ਮਨ ਵਿੱਚ ਸੀ ਉਹ ਤੂੰ ਫੇਰ ਯਾਦ ਕਰਵਾ ਦਿੱਤੀ ਰਾਏ ਬੁਲਾਰ ਦਾ ਨਾਮ ਲੈ ਕਰਕੇ। ਸਭ ਹੈ ਕੁਸ਼ਲ ਤਹਿ ਪ੍ਰਭੂ ਪ੍ਰਸਾਦੂ ਕਿਉਂ ਕਰਕੇ ਬਾਬਾ ਕਾਲੂ ਜੀ ਜਦੋਂ ਜਾਣ ਵੇਲੇ ਸੋਥੋਂ ਤਲਵੰਡੀ ਤੋਂ ਤੁਰੇ ਸੀ, ਆਪਾਂ ਪਿਛਲੇ ਹਫਤੇ ਕਥਾ ਵਿੱਚ ਸਰਵਣ ਕੀਤਾ ਸੀ, ਪਹਿਲਾਂ ਰਾਏ ਬੁਲਾਰਪੁਰ ਜਾ ਕਰਕੇ ਆਗਿਆ ਲੈਂਦੇ ਹਨ ਅਤੇ ਬੇਨਤੀ ਕਰਦੇ ਹਨ ਰਾਏ ਬੁਲਾਰ ਨੂੰ ਕਿ ਤੁਹਾਡਾ ਜਿਹੜਾ ਦਾਸ ਹੈ ਉਹਨਾਂ ਦੀ ਕੁੜਮਾਈ ਹੋਣ ਲੱਗੀ ਹੈ। ਉਸ ਵਕਤ ਰਾਏ ਬੁਲਾਰ ਕਹਿਣ ਲੱਗਿਆ ਬਾਬਾ ਕਾਲੂ ਜੀ ਨੂੰ ਵੀ, ਹੇ ਬਾਬਾ ਕਾਲੂ ਜੀ ਤੂੰ ਇਹ ਨਾ ਕਹਿ ਵੀ ਉਹ ਸਾਡਾ ਦਾਸ ਹੈ ਸੁਪੁੱਤਰ ਤੁਹਾਡਾ, ਉਹ ਆਪਾਂ ਉਹਦੇ ਦਾਸ ਦੇ ਥਾਂ ਤੇ ਹਾਂ, ਉਹ ਸਾਡਾ ਮਾਲਕ ਹੈ। ਸੋ ਇਸੇ ਤਰ੍ਹਾਂ ਆਪਾਂ ਉਹਨੂੰ ਸਦਾ ਵਾਸਤੇ ਯਾਦ ਕਰਦੇ ਰਹਿੰਦੇ ਹਾਂ। ਤੂੰ ਪਹਿਲਾਂ ਉੱਥੇ ਜਾ ਕਰਕੇ ਉਹਨਾਂ ਨੂੰ ਸੋ ਉਹਨਾਂ ਦੇ ਚਰਨਾਂ ਉੱਤੇ ਮੇਰੇ ਵੱਲੋਂ ਸੀਸ ਰੱਖੀ ਅਤੇ ਚਰਨ ਪਰਸੀ
ਅਤੇ ਸਾਨੂੰ ਉਹਨਾਂ ਨੂੰ ਬਹੁਤ ਹੀ ਪ੍ਰੇਮ ਪਿਆਰ ਦੇਣਾ ਕਰੀ ਮੇਰੇ ਵੱਲੋਂ। ਸੋ ਇਸ ਤਰ੍ਹਾਂ ਜਦੋਂ ਬਾਬਾ ਕਾਲੂ ਜੀ ਪਹੁੰਚੇ, ਉਹ ਭੁੱਲ ਗਏ ਸੀ ਰਾਏ ਬੁਲਾਰ ਦੀ ਗੱਲ। ਸੋ ਇਸ ਤਰ੍ਹਾਂ ਸਤਿਗੁਰੂ ਨੇ ਯਾਦ ਕਰਵਾ ਦਿੱਤੀ ਅਤੇ ਕਹਿਣ ਲੱਗੇ, ਬਾਬਾ ਕਾਲੂ ਜੀ ਪਰਮ ਪ੍ਰੇਮ ਸੋ ਤੇ ਮਤ ਪੂਰੀ। ਇਸ ਪੁੱਤਰ ਗੁਰੂ ਨਾਨਕ ਸਾਹਿਬ ਜਿਹੜਾ ਰਾਏ ਬੁਲਾਰ ਹੈ, ਉਹ ਤੁਹਾਡੇ ਦੇ ਪ੍ਰੇਮ ਵਿੱਚ ਬਹੁਤ ਹੀ ਭਿੱਜਿਆ ਹੋਇਆ ਹੈ। ਕਰੀ ਬੰਦਗੀ ਤੁਮ ਸੋ ਭੂਰੀ, ਸਦਾ ਵਾਸਤੇ ਤੁਹਾਡੀ ਬੰਦਗੀ ਵਿੱਚ ਲੀਨ ਰਹਿੰਦਾ ਹੈ। ਕਹਿਓ ਪ੍ਰੀਤ ਸੋ ਤਵ ਪਦ ਪਰਸਨ। ਉਹਨੇ ਸਾਨੂੰ ਕਹਿਣਾ ਕੀਤਾ ਹੈ ਵੀ ਪਹਿਲਾਂ ਤੁਸੀਂ ਉੱਥੇ ਜਾ ਕਰਕੇ ਬਹੁਤ ਹੀ ਪ੍ਰੀਤੀ ਪ੍ਰੇਮ ਦੇਣਾ ਕਰਿਓ ਤੁਹਾਨੂੰ, ਅਤੇ ਤੁਹਾਡੇ ਜਾ ਕੇ ਚਰਨ ਪਰਸਿਓ। ਉਹਨੇ ਇਸ ਤਰ੍ਹਾਂ ਕਹਿਣਾ ਕੀਤਾ, ਜਿਸ ਕੋ ਲਾਲਸ ਨਿਸ ਦਿਨ ਦਰਸ਼ਨ। ਤੇ ਉਹੀ ਰਾਏ ਬੁਲਾਰ ਜਿਸ ਦੀ ਇੱਛਾ ਸਦਾ ਵਾਸਤੇ ਨਿਤਾ ਪ੍ਰਤੀ ਦਿਨ ਰਾਤ ਤੁਹਾਡੇ ਦਰਸ਼ਨ ਕਰਨ ਦੀ ਇੱਛਾ ਰਹਿੰਦੀ ਹੈ। ਸੁਨ ਸੰਦੇਸ਼ ਪ੍ਰਿਯ ਉਠੇ ਬਹੋਰੀ। ਸੋ ਇਸ ਤਰ੍ਹਾਂ ਫਿਰ ਸੁਣ ਕਰਕੇ ਉੱਥੋਂ ਫਿਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਉੱਠ ਖੜੇ। ਗਏ ਮਾਤ ਢਿਕ ਦਵੈ ਕਰ ਜੋਰੀ। ਤੇ ਉੱਥੋਂ ਫਿਰ ਜਿੱਥੇ ਮਾਤਾ ਤ੍ਰਿਪਤਾ ਜੀ ਸੀ, ਉਹਨਾਂ ਦੇ ਮਾਤਾ ਜੀ ਉੱਥੇ ਜਾ ਕਰਕੇ ਉੱਥੇ ਮਾਤਾ ਜੀ ਨੂੰ ਮਿਲਣ ਗਏ। ਧਰਿਓ ਯੁਗਲ ਚਰਨਨ ਪਰਮਾਥਾ। ਉੱਥੇ ਜਾ ਕਰਕੇ ਦੋਵੇਂ ਹੱਥ ਜੋੜ ਕਰਕੇ ਸਤਿਗੁਰੂ ਨੇ ਆਪਦੇ ਮਾਤਾ ਤ੍ਰਿਪਤਾ ਜੀ ਦੇ ਚਰਨਾਂ ਉੱਤੇ ਸੀਸ ਰੱਖ ਦਿੱਤਾ, ਮੱਥਾ ਟੇਕ ਦਿੱਤਾ। ਕੰਠ ਲਗਾਏ ਭੁਜ ਗਹਿ ਹਾਥਾ। ਅਤੇ ਮਾਤਾ ਤ੍ਰਿਪਤਾ ਜੀ ਨੇ ਫਿਰ ਸਤਿਗੁਰੂ ਨੂੰ ਉਠਾ ਕਰਕੇ ਆਪਦੇ ਗਲਵੱਕੜੀ ਲੈ ਲਿਆ, ਬੜੇ ਪ੍ਰੇਮ ਨਾਲ ਜੱਫੀ ਪਾ ਲਈ। ਸਜਲ ਬਿਲੋਚਨ ਆਸਨ ਪਾਤੀ। ਇੰਨੇ ਪ੍ਰੇਮ ਵਿੱਚ ਆ ਕਰਕੇ ਮਾਤਾ ਤ੍ਰਿਪਤਾ ਜੀ ਦੇ ਨੇਤਰਾਂ ਵਿੱਚੋਂ ਅਥਰੂ ਡਿੱਗਣ ਲੱਗੇ, ਹੰਝੂ। ਪਰ ਆਨੰਦ ਭੀ ਸੀਤਲ ਛਾਤੀ। ਪਰ ਮਾਤਾ ਤ੍ਰਿਪਤਾ ਜੀ ਦੀ ਜਿਹੜੀ ਛਾਤੀ ਸੀ ਬੜੀ ਠੰਡੀ ਹੋ ਗਈ, ਬੜੇ ਆਨੰਦ ਵਿੱਚ ਸ਼ਾਂਤੀ ਵਿੱਚ ਆ ਗਈ ਮਾਤਾ ਤ੍ਰਿਪਤਾ ਜੀ। ਤਨਜ ਬਦਨ ਸ਼ਬ ਸਦਨ ਬਿਲੋਕੀ। ਅਤੇ ਸਤਿਗੁਰਾਂ ਦਾ ਜਿਹੜਾ ਸ਼ੋਭਾ ਪਾਰਿਆ ਚਿਹਰਾ ਹੈ, ਉਹਨੂੰ ਵੇਖ ਕਰਕੇ ਮਾਤਾ ਤ੍ਰਿਪਤਾ ਜੀ ਬਹੁਤ ਹੀ ਪ੍ਰੇਮ ਵਿੱਚ ਆਉਂਦੀ ਹੈ। ਉਤਸਵ ਸਮੈ ਜਾਨ ਅਸ ਰੋਕੀ। ਆਪਦੇ ਮਨ ਵਿੱਚ ਇਸ ਤਰ੍ਹਾਂ ਸੋਚਦੀ ਹੈ ਵੀ ਇਹ ਬਹੁਤਾ ਉਤਸ਼ਾਹ ਦਾ ਸਮਾਂ ਹੈ, ਮੈਂ ਜਿਹੜੇ ਇਹ ਅਥਰੂ ਨਿਕਲ ਰਹੇ ਹਨ ਮੇਰੇ ਨੇਤਰਾਂ ਚੋਂ, ਇਹ ਰੋਕਣ ਦੀ ਕੋਸ਼ਿਸ਼ ਕਰਾਂ। ਦੈਵ ਪ੍ਰਭਾਵ ਹੈ ਕੀਨ ਬਿਯੋਗਨ। ਆਪਦੇ ਅਥਰੂ ਹਟਾ ਕਰਕੇ ਆਪਦੇ ਮਨ ਵਿੱਚ ਇਸ ਤਰ੍ਹਾਂ ਵਿਚਾਰ ਕਰਦੀ ਹੈ ਕਿ ਦੈਵ ਪ੍ਰਭਾਵ ਹੈ। ਸੋ ਵਾਹਿਗੁਰੂ ਪਰਮੇਸ਼ਰ ਦੀ ਪ੍ਰਤਾਪ ਦੇ ਕਾਰਨ ਮੈਂ ਬਹੁਤ ਹੀ ਬਜ਼ੁਰਗ ਹੋ ਗਈ ਹਾਂ। ਨਹਿ ਮੁਝ ਸੁਖ ਦਿਯ ਸੁਤ ਸੰਜੋਗਨ। ਪਰ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਸੁੱਖ ਨਹੀਂ ਦੇਣਾ ਕੀਤਾ, ਵੀ ਮੇਰੇ ਜਿਹੜਾ ਸੁਪੁੱਤਰ ਦਾ ਮਿਲਾਪੀ ਨਹੀਂ ਬਣਾਉਣਾ ਕੀਤਾ। ਤਦਪ ਲਖੋ ਮੈਂ ਨਿਜ ਵਡ ਭਾਗੀ। ਇਸ ਤਰ੍ਹਾਂ ਦੇ ਮਨ ਵਿੱਚ ਵਿਚਾਰ ਕਰ ਰਹੀ ਹੈ, ਪਰ ਫੇਰ ਵੀ ਮੈਂ ਬਹੁਤ ਹੀ ਵੱਡੇ ਭਾਗਾਂ ਵਾਲੀ ਹਾਂ। ਸੁਤ ਉਤਸਵ ਅਬ ਦੇਖਣ ਲਾਗੀ। ਮੈਂ ਬਹੁਤ ਹੀ ਵੱਡੇ ਭਾਗਾਂ ਵਾਲੀ ਹਾਂ, ਕਿਉਂ ਕਰਕੇ ਮੈਂ ਬੜੇ ਉਤਸ਼ਾਹ ਦੇ ਨਾਲ ਆਪਦੇ ਸੁਪੁੱਤਰ ਦੀ ਕੁੜਮਾਈ ਵੇਖਣ ਲੱਗੀ ਹਾਂ। ਬਾਰ ਬਾਰ ਜਾਵਹਿ ਬਲਹਾਰੀ। ਆਪਦੇ ਮਨ ਵਿੱਚ ਇਸ ਤਰ੍ਹਾਂ ਸੋਚਦੀ ਹੈ ਵੀ ਬਾਰ-ਬਾਰ ਬਲਹਾਰ ਜਾਵਾਂ ਮੈਂ, ਬਾਰ-ਬਾਰ। ਤ੍ਰਿਪਤ ਨਾ ਪਿਖ ਸੁਤ ਮੂਰਤ ਚਾਰੀ। ਸਤਿਗੁਰਾਂ ਨੂੰ ਵੇਖ ਵੇਖ ਕੇ ਉਹ ਰੱਜਦੀ ਨਹੀਂ ਮਾਤਾ ਤ੍ਰਿਪਤਾ ਜੀ। ਸੀ ਨਾਨਕ ਪੁਨ ਉਠ ਸੁਖ ਦਾਤਾ। ਸੋ ਫਿਰ ਉਸ ਵਕਤ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਮਾਤਾ ਤ੍ਰਿਪਤਾ ਜੀ ਤੋਂ ਉੱਠ ਕਰਕੇ ਸੁਖਾਂ ਦੇ ਦਾਤੇ। ਜਾਏ ਕਰੀ ਬੰਧਨ ਪਿਤ ਭਰਾਤਾ। ਉਸ ਵਕਤ ਫਿਰ ਮਾਤਾ ਤ੍ਰਿਪਤਾ ਜੀ ਕੋਲੋਂ ਜਾ ਕਰਕੇ ਆਪਦੇ ਪਿਤਾ ਜੀ ਦੇ ਛੋਟੇ ਭਰਾਤਾ ਬਾਬਾ ਲਾਲੂ ਜੀ ਜਿਹੜੇ ਹਨ, ਉਹਨਾਂ ਦੇ ਸਤਿਕਾਰਯੋਗ ਚਾਚਾ ਜੀ, ਉਹਨਾਂ ਨੂੰ ਜਾ ਕਰਕੇ ਬੰਦਨਾ ਕਰਦੇ ਹਨ, ਮੱਥਾ ਟੇਕਦੇ ਹਨ। ਹਿਤ ਸੋ ਲਾਲੂ ਭਰ ਕਰ ਅੰਕਾ। ਸੋ ਬਾਬਾ ਲਾਲੂ ਜੀ ਨੇ ਵੀ ਬਹੁਤ ਹੀ ਹਿਤ ਪ੍ਰੇਮ ਵਿੱਚ ਆ ਕਰਕੇ ਸਤਿਗੁਰਾਂ ਨੂੰ ਜੱਫੀ ਪਾ ਲਈ। ਹਰਖਤ ਪੇਖਤ ਬਦਨ ਮਯੰਕਾ। ਅਤੇ ਬਹੁਤ ਹੀ ਖੁਸ਼ੀ ਪ੍ਰਸੰਨ ਵਿੱਚ ਆ ਕਰਕੇ ਸਤਿਗੁਰਾਂ ਨੂੰ ਘੁੱਟ ਕੇ ਜੱਫੀ ਪਾ ਲਈ। ਕੰਠ ਲਗਾਏ ਰਹਿਓ ਸੁਖ ਪਾਈ। ਤੇ ਸਤਿਗੁਰਾਂ ਨੂੰ ਜੱਫੀ ਵਿੱਚ ਲੈਣ ਕਰਕੇ ਉਹ ਬਹੁਤ ਹੀ ਸੁਖ ਪਾਉਂਦਾ ਹੈ। ਜਿਉ ਕਿਰਪਨ ਧਨ ਤਾਜ ਨ ਸਕਾਈ। ਜਿਸ ਤਰ੍ਹਾਂ ਇੱਕ ਸ਼ੂਮ ਲੋਕ ਜਿਹੜੇ ਹੁੰਦੇ ਹਨ, ਉਹ ਧਨ ਨੂੰ ਨਹੀਂ ਛੱਡ ਸਕਦੇ, ਜਿਹੜੇ ਕੰਜੂਸ ਲੋਕ ਹੁੰਦੇ ਹਨ, ਜਿਸ ਤਰ੍ਹਾਂ ਉਹ ਨਹੀਂ ਧਨ ਛੱਡ ਸਕਦੇ, ਇਸ ਤਰ੍ਹਾਂ
ਬਾਬਾ ਲਾਲੂ ਜੀ ਸਤਿਗੁਰਾਂ ਨੂੰ ਜੱਫੀਆਂ ਵਿੱਚੋਂ ਨਹੀਂ ਛੱਡ ਸਕਦੇ। ਜਨਮਿਓ ਹਮ ਘਰ ਸੁਤ ਸੁਖਦਾਈ। ਅਤੇ ਕਹਿਣ ਲੱਗੇ, ਹੇ ਸੁਪੁੱਤਰ ਗੁਰੂ ਨਾਨਕ ਸਾਹਿਬ, ਜਦੋਂ ਤੋਂ ਤੂੰ ਸਾਡੇ ਘਰ ਵਿੱਚ ਜਨਮ ਲੈਣਾ ਕੀਤਾ, ਸੁੱਖਾਂ ਦੇ ਦਾਤੇ। ਨਿਰਮਲ ਕੀਨੀ ਕੁਲ ਇਹ ਜਾਈ। ਇਹ ਜਿਹੜੀ ਸਾਡੀ ਕੁੱਲ ਹੈ ਤੂੰ ਪਵਿੱਤਰ ਕਰ ਦਿੱਤੀ ਹੈ ਜਦੋਂ ਅਵਤਾਰ ਧਾਰਨਾ ਕੀਤਾ ਤੁਸੀਂ। ਅਗਰਜ ਕੀ ਪਰਮੇਸ਼ਵਰ ਜਾਣੈ। ਅੱਗੇ ਤਾਂ ਜੋ ਪਰਮੇਸ਼ਰ ਜਾਣਿਓ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਹੀ ਹੈ। ਕਰ ਹਿਤ ਲਾਲੂ ਬਚਨ ਬਖਾਨੈ। ਇਸ ਤਰ੍ਹਾਂ ਫਿਰ ਬੜੇ ਪ੍ਰੇਮ ਵਿਚਾਰ ਕਰਕੇ ਬਾਬਾ ਲਾਲੂ ਜੀ ਬਚਨ ਕਰਦੇ ਹਨ। ਪੁਨ ਉਠ ਸ੍ਰੀ ਨਾਨਕ ਦੁਖ ਕੰਦਨ। ਦੁੱਖਾਂ ਨੂੰ ਕੱਟਣ ਵਾਲੇ ਉਸ ਵਕਤ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਫਿਰ ਉੱਠ ਖੜ ਜਾਂਦੇ ਹਨ। ਜਾਏ ਕਰੀ ਨਾਨੇ ਪਦ ਬੰਦਨ। ਤੇ ਉੱਥੋਂ ਫਿਰ ਜਾ ਕਰਕੇ ਸੋ ਆਪਦੇ ਨਾਨਾ ਜੀ ਦੇ ਜਾ ਕਰਕੇ ਚਰਨਾਂ ਤੇ ਮੱਥਾ ਟੇਕਦੇ ਹਨ, ਬੰਦਨਾ ਕਰਦੇ ਹਨ। ਫਕਰ ਭੁਜਾ ਨਿਜ ਕੰਠ ਲਗਾਇਓ। ਅਤੇ ਫਿਰ ਸਤਿਗੁਰਾਂ ਦੇ ਸਤਿਕਾਰਯੋਗ ਨਾਨਾ ਜੀ ਨੇ ਵੀ ਸੋ ਸਤਿਗੁਰਾਂ ਨੂੰ ਉਠਾ ਕਰਕੇ ਆਪਦੇ ਕੰਠ ਲਗਾ ਦਿੱਤਾ। ਆਨੰਦ ਨੀਰ ਲੋਚਨ ਮਹਿਸ਼ਾਇਓ। ਅਤੇ ਉਹਨਾਂ ਦੇ ਵੀ ਨੇਤਰਾਂ ਚੋਂ ਫਿਰ ਜੋ ਅਥਰੂ ਦੀ ਨੀਰ ਜਿਹੜੀ ਹੈ ਉਹ ਡਿੱਗਣ ਲੱਗੀ, ਛੁੱਟਣ ਲੱਗੀ। ਵਿਖਤ ਨਾ ਕੋ ਜਾਚਕ ਤੇ ਠੌਰੈ। ਅਤੇ ਬਹੁਤ ਹੀ ਪ੍ਰੇਮ ਨਾਲ ਉੱਥੇ ਕੋਈ ਮੰਗਤਾ ਨਹੀਂ ਦਿਸਦਾ ਹੈ ਉਹਨਾਂ ਨੂੰ। ਦੋਹਿਤ ਕੋ ਨਾ ਅੰਕ ਤੇ ਸ਼ੋਰੈ। ਤੇ ਆਪਦੇ ਦੋਤਰੇ ਨੂੰ ਨਹੀਂ ਛੱਡ ਸਕਦੇ ਆਪਦੇ ਜੱਫੀ ਵਿੱਚੋਂ। ਬੜੇ ਘੁੱਟ ਕੇ ਜੱਫੀ ਪਾ ਲਈ ਨਾਨਾ ਜੀ ਨੇ। ਨਾਨੀ ਨਾਨਕ ਨਾਮ ਭਿਰਾਈ। ਸਤਿਗੁਰਾਂ ਦੀ ਨਾਨੀ ਜੀ ਦਾ ਨਾਮ ਭਿਰਾਈ ਸੀ ਉਹਦਾ ਨਾਮ। ਤਿਨ ਆਨਨ ਤੇ ਗਿਰਾ ਅਲਾਈ। ਉਸ ਵਕਤ ਨਾਨੀ ਜੀ ਨੇ ਆ ਕਰਕੇ ਨਾਨਾ ਜੀ ਨੂੰ ਇਸ ਤਰ੍ਹਾਂ ਬਚਨ ਕਹਿਣਾ ਕੀਤੇ। ਦੋਹਰਾ ਮੁਕਤੋ ਅਬ ਨਿਜ ਅੰਕ ਤੇ। ਸੋ ਨਾਨੀ ਜੀ ਨਾਨਾ ਜੀ ਨੂੰ ਆ ਕਰਕੇ ਕਹਿੰਦੇ ਹਨ ਵੀ ਤੁਸੀਂ ਸਤਿਗੁਰਾਂ ਨੂੰ ਹੁਣ ਛੱਡ ਦਵੋ। ਕਰ ਸਨੇਹ ਤੁਮ ਲੀਨ। ਜੱਫੀ ਵਿੱਚੋਂ ਛੱਡ ਦੋ ਤੁਸੀਂ ਬਹੁਤਾ ਹੁਣ ਪ੍ਰੇਮ ਕਰ ਲਿਆ, ਪਿਆਰ ਕਰ ਲਿਆ ਹੈ। ਮਿਲਹਿ ਅਪਰਸੋ ਪ੍ਰੇਮ ਧਰ। ਸੋ ਇੱਥੇ ਬਹੁਤ ਸਾਰੇ ਰਿਸ਼ਤੇਦਾਰ ਆਏ ਹੋਏ ਹਨ, ਹੋਰਾਂ ਨੂੰ ਵੀ ਮਿਲਣ ਦੇ ਦਿਓ ਸਤਿਗੁਰਾਂ ਨੂੰ। ਬਿਰਹ ਕਰਹਿ ਸਭ ਸ਼ੀਨ। ਹੋਰਾਂ ਨੂੰ ਵੀ ਮਿਲ ਕਰਕੇ ਸਤਿਗੁਰਾਂ ਨੇ ਪ੍ਰੇਮ ਦੇਣਾ ਹੈ। ਚਉਪਈ ਮੈਂ ਨਾ ਤਜੋ ਰਾਮੇ ਬਚ ਭਾਖਾ। ਸੋ ਸਤਿਗੁਰਾਂ ਦਾ ਨਾਨਾ ਜੀ ਦਾ ਨਾਮ ਸੀ ਰਾਮਾ। ਉਹ ਉਸ ਵਕਤ ਕਹਿਣ ਲੱਗੇ ਵੀ ਮੈਂ ਨਹੀਂ ਛੱਡ ਸਕਦਾ ਸਤਿਗੁਰਾਂ ਨੂੰ। ਜਬ ਲਉ ਪੂਰਨ ਹੋਇ ਨਹਿ ਕਾਂਖਾ। ਜਦੋਂ ਤਾਂ ਮੇਰੀ ਇੱਛਾ ਇਹੀ ਹੈ ਸਤਿਗੁਰਾਂ ਨੂੰ ਜੱਫੀ ਪਾਉਣ ਨੂੰ, ਜਦੋਂ ਤਾਂ ਮੇਰੀ ਇੱਛਾ ਪੂਰੀ ਨਹੀਂ ਹੁੰਦੀ ਆਪੋ ਨਹੀਂ ਛੱਡਦੇ। ਤਬ ਹੈ ਵਿਸ਼ੋਰੋਂ ਆਪਣੇ ਉਰਸੋਂ। ਸੋ ਆਪਾਂ ਆਪਦੇ ਹੱਥਾਂ ਨਾਲ ਸੋ ਜਿਹੜੇ ਧਨ ਹੈ ਪੈਸਾ ਹੈ ਉਹ ਵਾਰਨਾ ਹੈ ਸਤਿਗੁਰਾਂ ਦੇ ਸਿਰ ਤੋਂ। ਸਿਰ ਵਾਰੋ ਧਨ ਬਹੁ ਨਿਜ ਕਰ ਸੋ। ਆਪਾਂ ਬਹੁਤ ਸਾਰਾ ਧਨ ਪੈਸਾ ਜਿਹੜਾ ਆਪ ਸਾਡੇ ਵੱਲੋਂ ਆਪਾਂ ਸਤਿਗੁਰਾਂ ਦੇ ਸਿਰ ਵੱਲੋਂ ਵਾਰਨਾ ਹੈ। ਸੁਨਤ ਭਿਰਾਈ ਬਚਨ ਅਲਾਵੈ। ਸਤਿਗੁਰਾਂ ਦੀ ਨਾਨੀ ਜੀ ਭਰਾਈ ਜੀ ਸੁਣ ਕਰਕੇ ਇਸ ਤਰ੍ਹਾਂ ਬਚਨ ਕਰਦੇ ਹਨ। ਕਰਹੁ ਨਿਸ਼ਾਵਰ ਜੋ ਮਨ ਭਾਵੈ। ਸੋ ਜਿੰਨਾ ਵੀ ਤੁਹਾਡੀ ਇੱਛਾ ਹੈ ਉਹ ਬਹੁਤ ਹੀ ਤੁਸੀਂ ਨਿਸ਼ਾਵਰ ਕਰਨਾ ਕਰਿਓ, ਵਾਰਨਾ ਕਰਿਓ ਜਿੱਦਾਂ ਵੀ ਤੁਹਾਡੀ ਇੱਛਾ ਹੈ। ਰਾਮਾ ਕਹੈ ਕੋ ਆਏ ਨ ਮੰਗਨ। ਅਤੇ ਉਸ ਵਕਤ ਫਿਰ ਰਾਮਾ ਜੀ ਨਾਨਾ ਜੀ ਕਹਿਣ ਲੱਗੇ ਵੀ ਕੋਈ ਤਾਂ ਆਇਆ ਤਾਂ ਹੈ ਨਹੀਂ ਕੋਈ ਮੰਗਤਾ ਮੰਗਣ ਵਾਸਤੇ। ਦਿਓ ਨਿਸ਼ਾਵਰ ਕਰ ਕੇ ਆਂਗਨ। ਤੇ ਜੇ ਕੋਈ ਮੰਗਤਾ ਨਹੀਂ ਆਇਆ ਫਿਰ ਮੈਂ ਕਿਹਨੂੰ ਵਾਰ ਕੇ ਸਿੱਟੂੰਗਾ ਪੈਸਾ। ਤਬ ਹੈ ਨਾਨਕੀ ਤੁਲਸਾ ਦਾਸੀ। ਸੋ ਉਸ ਵਕਤ ਫਿਰ ਬੇਬੇ ਨਾਨਕੀ ਜੀ ਜਿਹੜੀ ਤੁਲਸਾ ਦਾਸੀ ਸੀ ਭਾਈ ਜੈ ਰਾਮ ਜੀ ਦੀ ਦਾਸੀ ਜਿਹੜੀ ਸੀ, ਪਠਈ ਜਾਚਕ ਆਨਹੁ ਪਾਸੀ। ਉਹਨੂੰ ਵੇਚ ਕਰਕੇ ਸਾਰੇ ਮੰਗਤਿਆਂ ਨੂੰ ਬੁਲਾਉਣਾ ਕੀਤਾ। ਜਬ ਜਾਚਕ ਜਾਣੇ ਤਹ ਆਏ। ਜਦੋਂ ਸਾਰੇ ਮੰਗਤੇ ਆ ਕਰਕੇ ਆ ਗਏ 20 ਰੁਪਈਅਨ ਟਕੇ ਮੰਗਾਏ। ਉਸ ਵਕਤ ਫਿਰ ਭਾਈ ਸੋ ਰਾਮਾ ਜੀ ਨੇ ਜੋ ਸਤਿਗੁਰਾਂ ਦਾ ਨਾਨਾ ਸੀ ਉਹਨਾਂ ਨੇ ਜੋ 20 ਰੁਪਈਏ ਸੋ 20 ਰੁਪਈਆਂ ਦਾ ਜਿਹੜਾ ਟਕਾ ਸੀ ਉਹ ਮੰਗਾਉਣਾ ਕੀਤਾ। 10 ਕੇ ਨਾਨੀ 500 ਮਾਮਾ। ਸੋ 10 ਰੁਪਈਏ ਨਾਨੀ ਜੀ ਨੂੰ ਦੇ ਦਿੱਤੇ ਅਤੇ 5 ਰੁਪਈਏ ਮਾਮਾ ਜੀ ਨੂੰ ਜੋ ਸਤਿਗੁਰਾਂ ਦਾ ਮਾਮਾ ਸੀ ਉਹਨਾਂ ਨੂੰ ਦੇ ਦਿੱਤੇ। ਕਰਹਿ ਨਿਸ਼ਾਵਰ ਸਿਰ ਸੁਖ ਧਾਮਾ। ਅਤੇ ਫਿਰ ਬੜੇ ਖੁਸ਼ ਪ੍ਰਸੰਨ ਹੋ ਕਰਕੇ ਸਤਿਗੁਰਾਂ ਦੇ ਸਿਰੋਂ ਇਹ ਜਿਹੜਾ ਪੈਸਾ ਹੈ ਵਾਰ ਕਰਕੇ
ਸੋ ਇਸ ਤਰ੍ਹਾਂ ਸਿੱਟਦੇ ਹਨ ਮੰਗਤਿਆਂ ਨੂੰ। ਅੰਗਨ ਮਹਿ ਮੰਗਨ ਸੁਨ ਪੂਰਾ, ਬਹੁਤ ਸਾਰੇ ਮੰਗਤੇ ਆ ਗਏ ਹਨ ਵਿਹੜੇ ਵਿੱਚ। ਲੇਵਨ ਹੇਤ ਭੀਰ ਪੀ ਪੂਰਾ, ਅਤੇ ਬਹੁਤ ਸਾਰੀ ਹੁਣ ਭੀੜ ਹੋ ਗਈ ਹੈ ਸਾਰੇ ਮੰਗਤੇ ਧਨ ਲੈਣ ਵਾਸਤੇ। ਆਨ ਦਰਬ ਕਿਸ਼ਨੇ ਪਿਤ ਪੂਸ਼ਾ, ਅਤੇ ਫਿਰ ਉਸ ਵਕਤ ਨਾਨਾ ਜੀ ਪੁੱਛਦੇ ਹਨ ਵੀ ਹੋਰ ਕੋਈ ਪੈਸਾ ਲਿਆਉਣਾ ਕਰੋ, ਜਿਹੜੇ ਹੋਰ ਰੁਪਈਏ ਨੇ। ਦਇਓ ਸਬਨ ਕੋ ਤਜਿਓ ਨ ਸ਼ੂਸ਼ਾ, ਅਤੇ ਸਾਰਿਆਂ ਨੂੰ ਦੇਣਾ ਕਰੋ, ਕੋਈ ਰਹਿ ਤਾਂ ਨਹੀਂ ਗਿਆ, ਸਾਰਿਆਂ ਨੂੰ ਇਹ ਧਨ ਦੇਣਾ ਕਰੋ। ਕੀਓ ਨਾਨਕੇ ਉਤਸ਼ਵ ਭੂਰੀ, ਇਹ ਸਤਿਗੁਰੂ ਗੁਰੂ ਨਾਨਕ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਜਿਹੜੇ ਨਾਨਕੇ ਸੀ, ਉਹਨਾਂ ਨੇ ਇਸ ਤਰ੍ਹਾਂ ਫਿਰ ਬੜੇ ਉਤਸ਼ਾਹ ਦੇ ਨਾਲ ਇਹ ਸਾਰਾ ਕਰਨਾ ਕੀਤਾ। ਵਿਆਹ ਸਮਾਨ ਜੋ ਹੋਇ ਬਿਦਰੂਰੀ, ਸੋ ਇਸ ਤਰ੍ਹਾਂ ਜਿਹੜਾ ਵਿਆਹ ਦਾ ਸਮਾਨ ਸੀ ਉਹ ਫਿਰ ਸਾਰਾ ਤਿਆਰ ਕਰ ਦਿੱਤਾ। ਦੋਹਰਾ ਮਿਲ ਕੇ ਸਭ ਤੇ ਥਾਨ ਮਹਿ, ਸੋ ਇਸ ਤਰ੍ਹਾਂ ਉਸ ਸਥਾਨ ਤੇ ਸਾਰਿਆਂ ਨੇ ਮਿਲ ਕਰਕੇ ਮਾਨਿਓ ਅਦਕ ਆਨੰਦ, ਸਾਰਿਆਂ ਨੇ ਉਸ ਸਥਾਨ ਤੇ ਉਸ ਜਗ੍ਹਾ ਤੇ ਭਾਈ ਜੈ ਰਾਮ ਜੀ ਦੇ ਘਰੇ ਮਿਲ ਕਰਕੇ ਬੜਾ ਆਨੰਦ ਸੋ ਮਾਣਨਾ ਕੀਤਾ ਹੈ। ਜਿਸ ਸੁੰਦਰ ਵਸ ਤ੍ਰਿਤ ਕਰ, ਅਤੇ ਬਹੁਤ ਸਾਰੇ ਸੋ ਸੁੰਦਰ ਸਤਿਗੁਰਾਂ ਦਾ ਚਿਹਰਾ ਵੇਖ ਕਰਕੇ ਮਨੋਂ ਪ੍ਰਕਾਸ਼ਤ ਚੰਦ, ਸਾਰਿਆਂ ਨੇ ਆਨੰਦ ਮਾਣਨਾ ਕੀਤਾ ਜਿਸ ਤਰ੍ਹਾਂ ਇੱਕ ਚੰਦਰਮਾ ਪ੍ਰਕਾਸ਼ ਕਰਦਾ ਹੈ। ਚੌਪਈ ਏਕ ਦਯੋਸ ਤਹਿ ਕੀਨ ਮੁਕਾਮੂ, ਸੋ ਉੱਥੇ ਫਿਰ ਇੱਕ ਦਿਨ ਬਤੀਤ ਕਰਨਾ ਕੀਤਾ। ਪੁਨ ਪਿਆਨ ਕੀ ਮੂਲੇ ਧਾਮੂ, ਅਤੇ ਫਿਰ ਉਸ ਤੋਂ ਬਾਅਦ ਜੋ ਮੂਲਾ ਸੀ ਬਟਾਲਾ ਨਗਰ ਦਾ, ਜਿਹਨੇ ਸੋ ਰਿਸ਼ਤਾ ਲਿਆਉਣਾ ਕੀਤਾ ਸੀ, ਉਹਦੇ ਫਿਰ ਘਰੇ ਜਾਣ ਲਈ ਤਿਆਰੀ ਕਰ ਦਿੱਤੀ। ਪਰਮਾਨੰਦ ਨੰਦਨ ਜੈ ਰਾਮੂ, ਸੋ ਜਿਹੜਾ ਪਰਮਾਨੰਦ ਸੀ ਉਹ ਭਾਈ ਜੈ ਰਾਮ ਜੀ ਦਾ ਪਿਤਾ ਜੀ ਸੀ। ਅਤੇ ਕਰੀ ਤਿਆਰੀ ਚੱਲ ਬੇ ਕਾਮੂ, ਉਹਨੇ ਵੀ ਸਾਰੀ ਤਿਆਰੀ ਕਰ ਦਿੱਤੀ, ਸਾਰਾ ਕੰਮ ਕਾਰ ਤਿਆਰ ਕਰ ਦਿੱਤਾ ਜਾਣ ਵਾਸਤੇ। ਰਾਮਾ ਕ੍ਰਿਸ਼ਨਾ ਕਾਲੂ ਲਾਲੂ, ਸੋ ਬਾਬਾ ਰਾਮਾ ਜੀ ਜੋ ਸਤਿਗੁਰਾਂ ਦਾ ਨਾਨਾ ਸੀ, ਕ੍ਰਿਸ਼ਨਾ ਸੋ ਸਤਿਗੁਰਾਂ ਦਾ ਮਾਮਾ ਜੀ ਸੀ, ਅਤੇ ਬਾਬਾ ਕਾਲੂ ਜੀ ਅਤੇ ਬਾਬਾ ਲਾਲੂ ਜੀ ਸਤਿਗੁਰਾਂ ਦੇ ਚਾਚਾ ਜੀ। ਹਰਖਤ ਉਰਮਹਿ ਚੱਲੇ ਉਤਾਲੂ, ਬੜੇ ਖੁਸ਼ ਪ੍ਰਸੰਨ ਹੋ ਕਰਕੇ ਸਾਰੇ ਤਿਆਰ ਹੋ ਗਏ ਜਾਣ ਵਾਸਤੇ। ਗਮਨੇ ਕਰਮ ਕਰਮ ਮਗ ਕੋ ਤਿਆਰੇ, ਸੋ ਚਾਲੇ ਪਾ ਕਰਕੇ ਹੌਲੀ ਹੌਲੀ ਰਸਤੇ ਤੇ ਇਸ ਤਰ੍ਹਾਂ ਜਾ ਰਹੇ ਹਨ ਸਾਰੇ। ਨਿਕਟ ਜਾਏ ਪਹੁੰਚੇ ਵਡ ਭਾਗੇ, ਇਸ ਤਰ੍ਹਾਂ ਹੌਲੀ ਹੌਲੀ ਜਾ ਕਰਕੇ ਕੁੜਮਾਈ ਪਾਉਣ ਵਾਸਤੇ ਸਾਰੇ ਤੁਰ ਪਏ। ਨਿਕਟ ਜਾਏ ਪਹੁੰਚੇ ਵਡ ਭਾਗੇ, ਵੱਡੇ ਭਾਗਾਂ ਵਾਲੇ ਉੱਥੇ ਜਾ ਕਰਕੇ ਬਟਾਲਾ ਨਗਰ ਪਹੁੰਚ ਗਏ। ਭੇਜਿਓ ਦਿਜ ਨਿੱਦਾ ਅਗਵਾਏ, ਸੋ ਇੱਕ ਜਿਹੜਾ ਨਿੱਦਾ ਬ੍ਰਾਹਮਣ ਸੀ, ਦਿਜ ਸੀ, ਉਹਨੂੰ ਪਹਿਲਾਂ ਹੀ ਭੇਜ ਦਿੱਤਾ ਅੱਗੇ। ਸੁਧ ਮੂਲੇ ਕਹੋ ਬੇਦੀ ਆਏ, ਉਹਨੂੰ ਇਸ ਤਰ੍ਹਾਂ ਕਹਿ ਕਰਕੇ ਭੇਜਣਾ ਕੀਤਾ ਵੀ ਤੂੰ ਅੱਗੇ ਜਾ ਕਰਕੇ ਜਿਹੜਾ ਮੂਲਾ ਹੈ ਉਹਨੂੰ ਜਾ ਕਰਕੇ ਸੁਨੇਹਾ ਭੇਜਣਾ ਕਰ, ਦੱਸਣਾ ਕਰ ਵੀ ਜਿਹੜੇ ਬੇਦੀ ਨੇ ਉਹ ਹੁਣ ਆ ਗਿਆ ਕੜਮਾਈ ਪਾਉਣ ਵਾਸਤੇ। ਚੌਕਰ ਖਰਚਨ ਸਮਝੋ ਕਾਜਾ, ਉਹਨੂੰ ਜਾ ਕਰਕੇ ਜੋ ਚੌਕੜ ਖਰਚਣ ਪੈਸਾ ਖਰਚਣ ਦਾ ਸਾਰਾ ਰੀਤੀ ਸਮਝਾਉਣਾ ਕਰੀ। ਜਾਏ ਕਹੋ ਇਵ ਕਰਹਿ ਸਮਾਜਾ, ਉਹਦੇ ਸੋ ਜਾ ਕਰਕੇ ਸਾਰਾ ਤੂੰ ਦੱਸਣਾ ਕਰ। ਗਮਨਿਓ ਘਰ ਪਿਖ ਦੀਨ ਅਸੀਸਾ, ਸੋ ਉਸ ਵਕਤ ਫਿਰ ਇਹ ਜਿਹੜਾ ਬ੍ਰਾਹਮਣ ਸੀ ਨਿੱਦਾ, ਉਹ ਸੋ ਮੂਲੇ ਦੇ ਘਰੇ ਜਾ ਕਰਕੇ ਪਹੁੰਚਿਆ ਅਤੇ ਬਹੁਤੀ ਅਸੀਸ ਦੇਣਾ ਕੀਤੀ। ਚਿਰੰਜੀਵ ਕਰ ਹੈ ਜਗਦੀਸਾ, ਜਗਤ ਦੇ ਈਸ਼ਵਰ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਨ। ਮੂਲੇ ਬੰਧਨ ਦਿਜ ਕੋ ਕੀਨੋ, ਸੋ ਉੱਥੇ ਜਾ ਕਰਕੇ ਜਿਹੜਾ ਮੂਲਾ ਸੀ ਉਹਨੇ ਇਸ ਬ੍ਰਾਹਮਣ ਦੇ ਸੋ ਸਤਕਾਰ ਵਿੱਚ ਮੱਥਾ ਟੇਕਣਾ ਕੀਤਾ। ਸਨਮਾਨਿਓ ਆਸਨ ਆਸੀਨੋ, ਅਤੇ ਬਹੁਤੇ ਹੀ ਆਦਰ ਸਤਕਾਰ ਸੋਨੂੰ ਸੋ ਜਾਣ ਕਰਕੇ ਬਜ਼ੁਰਗ ਜਾਣ ਕਰਕੇ ਆਦਰ ਸਤਕਾਰ ਨਾਲ ਬਿਠਾਉਣਾ ਕੀਤਾ। ਕਹਿਤੇ ਭਇਓ ਆਵਨੋ ਤੋਹੀ, ਅਤੇ ਪੁੱਛਣ ਲੱਗਿਆ ਮੂਲਾ ਵੀ ਤੁਸੀਂ ਦੱਸਣਾ ਕਰੋ ਕਿਸ ਕਾਰਨ ਲਈ ਤੁਸੀਂ ਆਇਓ ਇੱਥੇ। ਆਪਣੀ ਕਹੋ ਵਾਰਤਾ ਮੋਹੀ, ਇਹ ਸੋ ਨਿੱਦਾ ਜੀ ਤੁਸੀਂ ਦੱਸਣਾ ਕਰੋ, ਵਾਰਤਾ ਦੱਸਣਾ ਕਰੋ ਕਿ ਕਿਸ ਕਾਰਨ ਲਈ ਤੁਸੀਂ ਇੱਥੇ ਆਏ ਹੋ। ਸੁਨ ਕਰ ਬ੍ਰਾਹਮਣ ਬਚਨ ਅਲਾਇਆ, ਇਸ ਤਰ੍ਹਾਂ ਫਿਰ ਸੁਣ ਕਰਕੇ ਜਿਹੜਾ ਬ੍ਰਾਹਮਣ ਸੀ ਉਹਨੇ ਬਚਨ ਕਹਿਣਾ ਕੀਤੇ ਮੁਕਤੋਂ। ਹਉ ਸੁਲਤਾਨ ਨਗਰ ਤੇ ਆਇਆ, ਇਹ ਮੂਲਾ ਜੀ ਆਪਾਂ ਸੁਲਤਾਨ ਨਗਰ ਤੋਂ ਆਏ ਹਾਂ
ਹਾਂਜੀ। ਪਰਮਾਨੰਦ ਪਠਾ ਤੁਮ ਪਾਸਾ। ਜਿਹੜਾ ਪਰਮਾਨੰਦ ਹੈ ਭਾਈ ਜੈ ਰਾਮ ਜੀ ਦਾ ਪਿਤਾ, ਉਹਨੇ ਸਾਨੂੰ ਭੇਜਣਾ ਕੀਤਾ ਤੁਹਾਨੂੰ ਤੁਹਾਡੇ ਵੱਲ। ਆਏ ਬੇਦੀ ਲਖੋ ਅਵਾਸਾ। ਅਤੇ ਜਿਹੜੇ ਬੇਦੀ ਨੇ ਉਹ ਆ ਰਹੇ ਹਨ ਕੜਮਾਈ ਪਾਉਣ ਵਾਸਤੇ ਇਸ ਦੱਸਣ ਕਾਰਨ। ਚੌਕਰ ਖਰਚਨ ਕੀ ਵਿਦ ਜਾਨੋ। ਤੇ ਜਿਹੜੀ ਇਹ ਚੌਕੜ ਖਰਚਣ ਦੀ, ਪੈਸਾ ਖਰਚਣ ਦੀ ਇਹ ਜਿਹੜੀ ਵਿਧੀ ਹੈ ਤੁਸੀਂ ਜਾਣਨਾ ਕਰੋ। ਸੁਧ ਕਰਨੇ ਮਮ ਆਵਨ ਮਾਨੋ। ਸੋ ਇਸ ਸੁਨੇਹਾ ਭੇਜਣ ਵਾਸਤੇ ਉਹਨਾਂ ਨੇ ਸਾਨੂੰ ਅੱਗੇ ਭੇਜ ਦਿੱਤਾ ਹੈ ਤੁਹਾਡੇ ਘਰੇ। ਸੁਨ ਮੂਲਾ ਬੋਲਿਓ ਦਵਿਜ ਸਾਥੇ। ਇਸ ਤਰ੍ਹਾਂ ਫਿਰ ਸੁਣ ਕਰਕੇ ਜਿਹੜਾ ਮੂਲਾ ਸੀ ਉਹਨੇ ਫਿਰ ਬੋਲਣਾ ਕੀਤਾ, ਬ੍ਰਾਹਮਣ ਨੂੰ ਦੇਣਾ ਬਚਨ ਕਹਿਣਾ ਕੀਤਾ। ਭਲਾ ਭਇਓ ਆਵਹਿ ਮੁਝ ਮਾਥੇ। ਸੋ ਇਹ ਬਹੁਤ ਹੀ ਚੰਗਾ ਕੰਮ ਕੀਤਾ, ਤੁਸੀਂ ਆ ਗਏ ਹੋ ਦੱਸਣ ਵਾਸਤੇ। ਤੂਰਨ ਚਹਿ ਤਹਿ ਦਾਸ ਪਠਾਏ। ਅਤੇ ਜਿਹੜਾ ਫਿਰ ਮੂਲਾ ਸੀ ਉਹਨੇ ਆਪਦੇ ਦਾਸ ਸਾਰੇ ਭੇਜ ਦਿੱਤੇ। ਲੀਏ ਮੰਗਵਾਏ ਸੌਜ ਸਮੁਦਾਏ। ਜਿਹੜੇ ਆਪਦੇ ਦਾਸ ਸੀ ਉਹ ਸਾਰੇ ਭੇਜ ਕਰਕੇ ਉਹਨਾਂ ਤੋਂ ਜਿਹੜੀ ਸਮੱਗਰੀ ਸੀ ਸੋ ਖਾਣ ਦਾ ਛਕਾਉਣ ਦਾ ਉਹ ਸਾਰਾ ਮੰਗਵਾ ਲਿਆ। ਦਵਿਜ ਭੇਜਿਓ ਪੁਨ ਬੋਲ ਪਠਾਏ। ਅਤੇ ਫਿਰ ਇਹ ਜਿਹੜਾ ਨਿੱਦਾ ਬ੍ਰਾਹਮਣ ਸੀ ਉਹਨੂੰ ਵੀ ਭੇਜ ਦਿੱਤਾ ਵੀ ਹੁਣ ਤੁਸੀਂ ਉਹਨਾਂ ਨੂੰ ਬੁਲਾਉਣਾ ਕਰੋ। ਮੂਲੇ ਸਦਨ ਸਭੈ ਚੱਲ ਆਏ। ਉਹਨਾਂ ਨੂੰ ਬੁਲਾਉਣਾ ਕਰੋ ਵੀ ਹੁਣ ਤੁਸੀਂ ਮੂਲੇ ਨੇ ਸੱਦਾ ਦੇ ਦਿਆ, ਤੁਸੀਂ ਆ ਜਾਓ ਚੱਲ ਕੇ। ਮਿਲ ਕੇ ਕਰੀ ਭਲੇ ਕੁਲ ਰੀਤਾ। ਅਤੇ ਫਿਰ ਉਸ ਵਕਤ ਜਿਹੜੇ ਸਾਰੇ ਬੇਦੀ ਸੀ ਉਹਨਾਂ ਨੇ ਆ ਕਰਕੇ ਬੜੇ ਚੰਗੇ ਤਰੀਕੇ ਨਾਲ ਸਾਰਿਆਂ ਨੇ ਮਿਲਣਾ ਕੀਤਾ, ਕੁਲ ਦੀ ਰੀਤੀ ਨਿਭਾਉਣਾ ਕੀਤੀ। ਹਰਖੇ ਵਧੀ ਨਵੀਨੀ ਪ੍ਰੀਤਾ। ਬੜੇ ਨਵੀਂ ਇੱਕ ਪ੍ਰੀਤੀ ਪਾ ਲਈ ਤੇ ਬਹੁਤ ਹੀ ਖੁਸ਼ ਪ੍ਰਸੰਨ ਹੋਏ ਸਾਰੇ। ਚੌਕਰ ਖਰਚਨ ਜੋ ਬਿਦ ਚੀਨੀ। ਅਤੇ ਇਹ ਜਿਹੜੀ ਚੌਕੜ ਖਰਚਣ ਦੀ, ਸੋ ਇਹ ਪੈਸਾ ਖਰਚਣ ਦੀ, ਰੁਪਈਏ ਖਰਚਣ ਦੀ ਜਿਹੜੀ ਰੀਤੀ ਸੀ। ਪਰਮਾਨੰਦ ਸਭ ਹੈ ਤਬ ਕੀਨੀ। ਜਿਹੜਾ ਪਰਮਾਨੰਦ ਸੀ ਉਹਨੇ ਸਾਰਾ ਨਿਭਾਉਣਾ ਕੀਤੀ। ਰਾਹੋ ਲਾਗ ਯੁਗ ਘਾਤੇ ਹੋਇਓ। ਇਹ ਜਿਹੜਾ ਸਾਰਾ ਲੈਣਾ ਦੇਣਾ ਦੀ ਰੀਤੀ ਸੀ। ਹਾਂਜੀ। ਭਈ ਵਧਾਈ ਸ਼ੋਕ ਬਗੋਇਓ। ਸੋ ਇਹ ਭਈ ਵਧਾਈ ਸ਼ੋਕ ਸਾਰੇ ਨੇ ਪਰਮ ਦੂਰ ਕਰਕੇ ਬਹੁਤ ਹੀ ਪ੍ਰੇਮ ਨਾਲ ਇਹ ਜੋ ਖੁਸ਼ੀ ਦਾ ਸਮਾਂ ਸਾਰੇ ਨੇ ਵਧਾਈਆਂ ਦੇਣਾ ਕੀਤੀਆਂ। ਕਰ ਇਕਾਂਤ ਕਾਲੂ ਕਹਿ ਬਾਨੀ। ਸੋ ਇਕਾਂਤ ਵਿੱਚ ਜਾ ਕਰਕੇ ਬਾਬਾ ਕਾਲੂ ਜੀ ਨੇ ਸੋ ਇਹ ਬਚਨ ਕਹਿਣਾ ਕੀਤੇ। ਪਰਮਾਨੰਦ ਸੁਨੋ ਸੁਖ ਖਾਨੀ। ਇਹ ਪਰਮਾਨੰਦ ਜੀ ਸੁਣੋ। ਮੂਲੇ ਤੇ ਮੰਗੋ ਤੁਮ ਸਾਹਾ। ਤੇ ਜਿਹੜਾ ਮੂਲਾ ਸੀ ਉਹਨੂੰ ਜਾ ਕਰਕੇ ਜਿਹੜਾ ਸਾਹ ਹੈ ਵਿਆਹ ਦਾ ਦਿਨ ਉਹਨੂੰ ਕਹੋ ਮੰਗਣਾ ਕਰੇ। ਭਲੀ ਭਾਂਤ ਜੋ ਹੋਏ ਵਿਵਾਹ। ਤਾਂ ਕਿ ਇਹ ਜਿਹੜਾ ਵਿਆਹ ਹੋਣਾ ਹੈ ਇਹ ਭਲੀ ਭਾਂਤ ਚੰਗੇ ਤਰੀਕੇ ਨਾਲ ਇਹ ਹੋ ਜਾਵੇ। ਇਸ ਤਰ੍ਹਾਂ ਫਿਰ ਬਾਬਾ ਕਾਲੂ ਜੀ ਨੇ ਇਸ ਤਰ੍ਹਾਂ ਕਹਿਣਾ ਕੀਤਾ। ਇੱਥੇ ਆਪਾਂ ਕਥਾ ਦੀ ਸਮਾਪਤੀ ਕਰਾਂਗੇ। ਜੋ ਅੱਗੇ ਹੋਊਗਾ ਅਗਲੇ ਹਫਤੇ ਆਪਾਂ ਸਰਵਣ ਕਰਾਂਗੇ ਸਤਿਗੁਰਾਂ ਦੀ ਕਿਰਪਾ ਨਾਲ। ਸੰਖੇਪ ਰੂਪ ਵਿੱਚ ਇੰਗਲਿਸ਼ ਵਿੱਚ ਵੀ ਦੱਸ ਦਈਏ। in today's katha we have listened to Sri Guru Nanak Dev Sahib Ji Maharaj. His rishta is happening and from Sultanpur where they are staying, from Talwandi where their father and the mother live, Talwandi Nagar where they used to live before Rai Bular sent them. Mata Tripta Ji and Baba Kalu Ji are getting ready. There Sadguru Guru Nanak Dev Sahib Ji's Nanke, the mother side of the family, is also come to get ready and come in a happy side. And Baba Lalu Ji, who's also Sadguru's Chacha, they've also come to Talwandi Nagar to come to see Sri Guru Nanak Dev Sahib Ji in Sultanpur and do this Kurmai. So they come and they get ready and they get all the saman onto their carriage that they're taking everything on, and they set off to come see Sri Guru Nanak Dev Sahib Ji Sultanpur. When they arrive, Sri Guru Nanak Dev Sahib Ji Maharaj, first Bebe Nanaki Ji meets everyone with so much prem and pyar. Mata Tripta Ji start crying, see Bebe Nanaki Ji, because they haven't seen them in so long. They give him a lot of pyar. Then Sri Guru Nanak Dev Sahib Ji Maharaj hears that Baba Kalu Ji, their father, has come to buy Jai Ram Ji's house. So they come from their shop. They're still doing the job of Modi Khan now, that shop they are running. They're still doing that like they used to do. And they come home and they see Baba Kalu Ji, their father, and they treat them with respect. They matha take, they touch their feet and
they speak to them with Satkar and they get a lot of prem and asisa of blessings of Baba Kaluji. Then they go meet their mother, Mata Tripta Ji, who hugs them very tightly and starts crying as well, seeing them, as they haven't seen them in such a long time. Mata Tripta Ji think in their mind that I've become Bajurg now and I haven't met Sri Guru Nanak Dev Sahib Ji in a long time because we've been separated and they've come to Sultanpur Lodi. But they're thanking Akal Purkh Waheguru in their mind that I'm able to see their Kurmai. And in this way, after giving Mata Tripta Ji so much pyar, Sri Guru Nanak Dev Sahib Ji go meet their Chacha Ji, Baba Lalu Ji, and they give them a hug as well very tightly, and they say that you coming to this world has purified this family tree of the Bidis. And then they go meet their Nana Ji as well, Sri Guru Nanak Dev Sahib Ji give their Nana Ji a lot of prem, pyar. The Nana Ji hugs them as well, but the Nana Ji doesn't let go of the hug for a long time, and they say that I'm not going to let go of Sri Guru Nanak Dev Sahib Ji until I want to. And then Nani Ji come and say to their Nana Ji that you should let them go now. There's a lot of other rishtedar, there are a lot of other family members that Sri Guru Nanak Dev Sahib Ji needs to meet. Sri Guru Nanak Dev Sahib Ji Maharaj's Nana Ji then says, as they normally do sometimes in the eastern side of the world, when there is a wedding, they get money and they move it around the head and then throw it to Gareebs. So this is what they did, and Sri Guru Nanak Dev Sahib Ji Maharaj, so then Nana Ji is saying that we are not doing this because there are no Gareebs to pick the money up yet, so we are not going to do this until they come, and I'm going to keep hugging Sri Guru Nanak Dev Sahib Ji until they come. So hearing this, then Bibi Nanaki Ji sent Tulsan Dasi, who is the servant of Bhai Jairam Ji, and they sent her to go get a lot of Gareebs, and then a lot of Gareebs came, and then Sri Guru Nanak Dev Sahib Ji, they did that and they threw the money, and then so this is what happened. And then Sri Guru Nanak Dev Sahib Ji Maharaj Ji at that point they stayed there for a day, the whole family, and then after staying there for a day they decided to get ready to go put the Kurmai at Mullah. So Mullah is the father of the daughter, so he's the father of the person they're going to get Sri Guru Nanak Dev Sahib Ji married to. And then when they get ready to go do the Kurmai, so the day after they go, the Chacha, the Sri Guru Nanak Dev Sahib Ji Maharaj's father, the Nana and the Mama, and Paramanand, who is Bhai Jairam Ji's father, they all go and they go do the Kurmai of Sri Guru Nanak Dev Sahib Ji. They go meet Mullah in his house. They send a Brahmin first to let him know that the Bidis are coming. Once he got there, the Mullah, who is the father, he got everything ready. He ordered all the food that they were going to feed. And then Baba Kaluji, towards the end of the Katha that we've heard this week, Baba Kaluji says to Paramanand, Bhai Jairam Ji's father, sort out a date with Baba Mullah Ji, and to tell them to sort out a date which day they want to do the wedding, so that the wedding can happen in a very good way. And this is where we have left the Katha this week. So ਇਸ ਤਰ੍ਹਾਂ ਕਥਾ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਹਨ। ਆਪ ਦਾ ਅਣਜਾਣ ਬੱਚਾ ਸਮਝ ਕਰਕੇ ਮਾਫ ਕਰਦਿਆਂ ਸੰਗਤ ਨੇ ਅਸੀਸ ਬਖਸ਼ਣੀ ਹੈ। ਗੁਰੂ ਜੀ ਨੇ ਕਿਰਪਾ ਕਰਨੀ ਹੈ, ਇਸੇ ਤਰ੍ਹਾਂ ਨਿਰਵਿਘਨਤਾ ਸਹਿਤ ਸੰਪੂਰਨ ਕਥਾ ਕਰਵਾ ਲੈਣੀ ਹੈ। ਸੋ ਅਖੀਰਲੀਆਂ ਦੋ ਪੰਕਤੀਆਂ ਪੜ੍ਹ ਕਰਕੇ ਗੁਰੂ ਦੀ ਉਸਤਤ ਕਰਕੇ ਸਮਾਪਤ ਕਰੀਏ ਜੀ। ਲੇਖਾ ਕਤਹ ਨ ਛੂਟੀਆ ਖਿਨ ਖਿਨ ਭੂਲਨ ਹਾਰ, ਬਖਸ਼ਨ ਹਾਰ ਬਖਸ਼ਲਾ ਨਾਨਕ ਪਾਰ ਉਤਾਰ। ਕਰ ਇਕਾਂਤ ਕਾਲੂ ਕਹਿ ਬਾਣੀ, ਪਰਮਾਨੰਦ ਸੁਨੋ ਸੁਖ ਖਾਨੀ। ਮੂਲੇ ਤੇ ਮੰਗੋ ਤੁਮ ਸਾਹਾ, ਭਲੀ ਪਾਂਤ ਜੋ ਹੋਏ ਵਿਵਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ, ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ। हे अच्युत हे पार ब्रह्म अविनाशी अगनाश, हे पूरन हे सर्व मैं दुख पंजन गुणतास। हे संगी हे निरंकार हे निर्गुण सब टेक, हे गोबिंद हे गुण निधान जाकै सदा विवेक। हे अपरंपर हर हरे हह बिहो बनहार, हे संतह का सदा संग निदारा आधार।
हे ठाकुर हो दासरो मैं निर्गुण गुण नहीं कोय नानक दीजै नाम दान राखो हिय परोए आए प्रभ सरनागति कृपा निध दयाल एक अखर हर मन बसत नानक होत निहाल वाहिगुरु नाम जहाज है चढ़े सो तरे पार जो सरदा कर सेव दे गुर पार उतारण हार वाहिगुरु नाम जहाज है चढ़े सो तरे पार जो सरदा कर सेव दे गुर पार उतारण हार ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।